स्टूडेंट्स हम सुखविंदर कौर फ्रॉम डिपार्टमेंट ऑफ इकोनॉमिक्स GGDST कॉलेज हरियाणा हुशियारपुर। ਅੱਜ ਅਸੀਂ ਕਰਾਂਗੇ ਪ੍ਰੋਬਲਮਸ ਆਫ ਐਗਰੀਕਲਚਰਲ ਫਾਈਨਾਂਸ ਇਨ ਇੰਡੀਆ। ਐਗਰੀਕਲਚਰਲ ਫਾਈਨਾਂਸ ਜੋ ਆਪਾਂ ਗੱਲ ਕਰ ਚੁੱਕੇ ਹਾਂ ਕਿ ਇੰਡਸਟਰੀ ਦੀ ਤਰ੍ਹਾਂ ਹੀ ਐਗਰੀਕਲਚਰ ਦੇ ਵਿੱਚ ਵੀ ਐਗਰੀਕਲਚਰ ਨੂੰ ਡਿਵੈਲਪ ਕਰਨ ਦੇ ਲਈ, ਐਗਰੀਕਲਚਰ ਦੇ ਵਿੱਚ ਇਕਵਿਪਮੈਂਟਸ ਖਰੀਦਣ ਲਈ, ਸੀਡ ਫਰਟੀਲਾਈਜ਼ਰ, ਪੈਸਟੀਸਾਈਡ ਖਰੀਦਣ ਦੇ ਲਈ, ਐਨੀਮਲਸ ਖਰੀਦਣ ਦੇ ਲਈ, ਐਗਰੀਕਲਚਰਲ ਇਕਵਿਪਮੈਂਟਸ ਖਰੀਦਣ ਦੇ ਲਈ ਔਰ ਲੈਂਡ ਖਰੀਦਣ ਦੇ ਲਈ ਸਾਨੂੰ ਸਾਰੀ ਤਰ੍ਹਾਂ ਦਾ ਸ਼ਾਰਟ ਪੀਰੀਅਡ, ਲੌਂਗ ਪੀਰੀਅਡ, ਸਾਰੀ ਪ੍ਰਕਾਰ ਦੇ ਜਿਹੜੇ ਫਾਈਨਾਂਸ ਦੀ ਜ਼ਰੂਰਤ ਹੁੰਦੀ ਆ। ਅਤੇ ਪਰ ਜਿਹੜੀਆਂ ਪ੍ਰੋਬਲਮਸ ਆ ਐਗਰੀਕਲਚਰਲ ਫਾਈਨਾਂਸ ਦੇ ਵਿੱਚ ਇੰਡੀਆ 'ਚ ਆਉਂਦੀਆਂ, ਉਹ ਸਭ ਤੋਂ ਪਹਿਲਾਂ ਜਿਹੜੀ ਪ੍ਰੋਬਲਮ ਆਉਂਦੀ ਉਹ ਹੈਗੀ ਲਿਮਟਿਡ ਕਵਰੇਜ ਦੀ। ਜਿਹੜੀ ਮੇਨ ਪ੍ਰੋਬਲਮ ਇੰਡੀਆ ਦੇ ਵਿੱਚ ਆਉਂਦੀ ਆ ਕਿ ਕਵਰੇਜ ਹੈ ਜਿਹੜੀ ਉਹ ਬਹੁਤ ਲਿਮਟਿਡ ਆ। ਕੋਆਪਰੇਟਿਵ ਸੁਸਾਇਟੀਜ਼ ਜਿਹੜੀਆਂ ਆ ਉਹ ਆਮ ਕਰਕੇ ਲੋਕਾਂ ਨੂੰ ਲੋਨ ਪ੍ਰੋਵਾਈਡ ਕਰਦੀਆਂ, ਅਤੇ ਪਰ ਕੋਆਪਰੇਟਿਵ ਸੁਸਾਇਟੀਜ਼ ਜਿਹੜੀਆਂ ਇਹ ਮੰਨ ਕੇ ਚੱਲਦੇ ਆ ਲੋਕ ਕਿ ਵੀਕਰ ਸੈਕਸ਼ਨ ਆ ਜਿਹੜਾ ਸੁਸਾਇਟੀ ਦਾ, ਉਹਨੂੰ ਬਹੁਤਾ ਜ਼ਿਆਦਾ ਕੋਆਪਰੇਟ ਨਹੀਂ ਕਰਦੀਆਂ। ਦੇ ਆਰ ਇੰਟੈਂਡਡ ਟੂ ਡਿਪੈਂਡ ਅਪੋਨ ਪ੍ਰਾਈਵੇਟ ਮਨੀ ਲੈਂਡਰਸ ਟੂ ਮੀਟ ਦੇਅਰ ਬੇਸਿਕ ਰਿਕੁਆਇਰਮੈਂਟਸ। ਕਿਉਂਕਿ ਕੋਆਪਰੇਟਿਵ ਸੁਸਾਇਟੀਜ਼ ਵੀਕਰ ਸੈਕਸ਼ਨ ਦੀ ਹੈਲਪ ਨਹੀਂ ਕਰਦੀਆਂ ਪਈਆਂ, ਉਹ ਵੀ ਬਹੁਤ ਵੱਡੇ ਜਿਹੜੇ ਜ਼ਿਮੀਂਦਾਰ ਲੈਂਡਲੋਰਡਸ ਹੈਗੇ ਆ ਉਹਨਾਂ ਦੀ ਹੈਲਪ ਜ਼ਿਆਦਾ ਕਰਦੀਆਂ। ਔਰ ਜਿਹੜੇ ਪੂਅਰ ਸੈਕਸ਼ਨ ਆ, ਜਿਹੜੇ ਮਾਰਜਨਲ ਸਮੋਲ ਜਿਹੜੇ ਫਾਰਮਰਸ ਹੈਗੇ ਆ, ਉਹ ਆਪਣੀਆਂ ਰਿਕੁਆਇਰਮੈਂਟਸ ਦੇ ਲਈ, ਬੇਸਿਕ ਰਿਕੁਆਇਰਮੈਂਟਸ ਦੇ ਲਈ ਮਨੀ ਲੈਂਡਰਸ 'ਤੇ ਡਿਪੈਂਡ ਕਰਦੇ ਆ, ਜਿਹੜੇ ਕਿ ਉਹਨਾਂ ਤੋਂ ਬਹੁਤ ਜ਼ਿਆਦਾ ਹਾਇਰ ਰੇਟ ਆਫ ਇੰਟਰਸਟ ਚਾਰਜ ਕਰਦੇ ਆ। ਕੰਪਲੀਕੇਟਡ ਪ੍ਰੋਸੀਜਰ ਫਾਰ ਗ੍ਰਾਂਟ ਆਫ ਲੋਨਸ। ਲੋਨ ਜਦੋਂ ਕੰਪਲੀਕੇਟਡ ਪ੍ਰੋਸੀਜਰ ਫਾਰ ਗ੍ਰਾਂਟ ਆਫ ਲੋਨਸ, ਜਦੋਂ ਲੋਨ ਜਿਹੜੇ ਦਿੱਤੇ ਜਾਂਦੇ ਆ ਉਹਦੇ ਲਈ ਬਹੁਤ ਸਾਰੀਆਂ ਰਿਕੁਆਇਰਮੈਂਟਸ ਆ। ਵਨ ਵਿੰਡੋ ਸਿਸਟਮ 'ਤੇ ਨਹੀਂ ਆ, ਬਹੁਤ ਜ਼ਿਆਦਾ ਰਿਕੁਆਇਰਮੈਂਟਸ ਆ। ਤੁਹਾਨੂੰ ਫਰਦ ਲਿਆਉਣੀ ਪਏਗੀ, ਪਟਵਾਰੀ ਕੋਲ ਜਾਣਾ ਪਏਗਾ, ਕਾਨੂੰਗੋ ਕੋਲ ਜਾਣਾ ਪਏਗਾ, ਤਹਿਸੀਲਦਾਰ ਕੋਲ ਜਾਣਾ ਪਏਗਾ, ਹੈ ਨਾ, STM ਦੇ ਸਾਈਨ ਹੋਣਗੇ, ਸਰਪੰਚ ਲੰਬੜਦਾਰਾਂ ਦੇ ਸਾਈਨ ਹੋਣਗੇ। ਇਹਦੇ ਵਿੱਚ ਬਹੁਤ ਜ਼ਿਆਦਾ ਕੰਪਲੀਕੇਸ਼ਨਸ ਆ। ਫਿਰ ਤੁਹਾਨੂੰ ਇੱਕ ਗਰੰਟੀ ਵੀ ਦੇਣੀ ਪਏਗੀ। ਇਸ ਕਰਕੇ ਦੇ ਫਾਰਮਰਸ ਜਿਹੜੇ ਆ ਉਹ ਪ੍ਰੈਫਰ ਕਰਦੇ ਆ ਕਿ ਵਨ ਵਿੰਡੋ ਸਿਸਟਮ ਹੋਵੇ, ਅਤੇ ਇਸ ਕੇਸ 'ਚ ਉਹ ਮਨੀ ਲੈਂਡਰ ਕੋਲ ਚਲੇ ਜਾਂਦੇ ਆ, ਬਹੁਤ ਜ਼ਿਆਦਾ ਰੇਟ ਆਫ ਇੰਟਰਸਟ ਉਹਨਾਂ ਤੋਂ ਚਾਰਜ ਕਰਦੇ ਆ। ਉਸ ਤੋਂ ਬਾਅਦ ਲੈਕ ਆਫ ਕੋਆਰਡੀਨੇਸ਼ਨ। ਕ੍ਰੈਡਿਟ ਜਦੋਂ ਦਿੱਤਾ ਜਾਂਦਾ ਅਤੇ ਕੋਆਪਰੇਟਿਵ ਸੁਸਾਇਟੀਜ਼ ਵੀ ਦਿੰਦੀਆਂ ਪਈਆਂ, ਕਮਰਸ਼ੀਅਲ ਬੈਂਕਸ ਵੀ ਦਿੰਦੀਆਂ ਪਈਆਂ, ਮਨੀ ਲੈਂਡਰਸ ਦੇ ਨੋ ਡਾਊਟ ਪ੍ਰਾਈਵੇਟ ਸੈਕਟਰ ਦੇ ਵਿੱਚ ਹੈਗੇ ਹੀ ਆ, ਅਤੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਕੋਆਰਡੀਨੇਸ਼ਨ ਨਹੀਂ ਆ, ਕੋਈ ਪਲੈਨਿੰਗ ਨਹੀਂ ਦਿੱਤੀ ਜਾਂਦੀ। ਅਤੇ ਇਹਦੇ ਕਰਕੇ ਜਿਹੜਾ ਕ੍ਰੈਡਿਟ ਆ, ਫੰਡਸ ਆ ਜਿਹੜੇ ਉਹ ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜੇ ਇੱਕ ਹੀ ਬੰਦੇ ਨੂੰ ਵਾਰ-ਵਾਰ ਜਾਂਦੇ ਰਹਿੰਦੇ ਆ, ਅਤੇ ਬਾਕੀਆਂ ਨੂੰ ਕਈ ਵਾਰ ਅਵੇਲੇਬਲ ਨਹੀਂ ਹੁੰਦੇ। ਇੰਸਟੀਟਿਊਸ਼ਨਲਾਈਜੇਸ਼ਨ ਆਫ ਲੋਨਸ। ਫਿਰ ਇਹ ਵੀ ਹੈ ਕਿ ਜਿਹੜਾ ਸਾਡਾ ਫਾਰਮਰ ਆ ਉਹ ਪ੍ਰੋਡਕਟਿਵ ਪਰਪਜ਼ ਲਈ ਲੈਂਦਾ ਅਤੇ ਹੋਰ ਕੰਮਾਂ ਦੇ ਵਿੱਚ ਯੂਜ਼ ਕਰ ਲੈਂਦਾ। ਮਤਲਬ ਜਿਹੜੇ ਪਰਪਜ਼ ਲਈ ਫੰਡਸ ਲਏ ਜਾਂਦੇ ਆ ਉਹ ਪਰਪਜ਼ ਲਈ ਯੂਜ਼ ਨਹੀਂ ਕੀਤੇ ਜਾਂਦੇ। ਇਨਐਫੀਸ਼ੀਐਂਟ ਐਡਮਿਨਿਸਟ੍ਰੇਸ਼ਨ। ਉਸ ਤੋਂ ਬਾਅਦ ਜਿਹੜੀਆਂ ਐਡਮਿਨਿਸਟ੍ਰੇਸ਼ਨ ਆ ਬਹੁਤੀ ਇਨਐਫੀਸ਼ੀਐਂਟ ਨਹੀਂ ਆ। ਕਈ ਵਾਰ ਕੋਆਪਰੇਟਿਵ ਸੁਸਾਇਟੀਜ਼ ਹੀ ਆ ਜਿਹੜੀਆਂ ਉਹ ਜਿਹੜੀਆਂ ਇਨਐਫੀਸ਼ੀਐਂਟ ਪਰਸਨਸ ਦੇ ਦੁਆਰਾ ਮੈਨੇਜ ਕੀਤੀਆਂ ਜਾਂਦੀਆਂ। ਬਟ ਟੈਕਨੋਲੋਜੀ ਐਡਵਾਂਸ ਹੋ ਗਈ ਆ, ਹਾਈਟੈਕ ਐਗਰੀਕਲਚਰ ਜਿਹੜਾ ਆ ਗਿਆ, ਪਰ ਇਸ ਕਰਕੇ ਵੀ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਪਈਆਂ। ਰੀਜਨਲ ਇੰਬੈਲੈਂਸਿਸ ਆ। ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੀ ਜਗ੍ਹਾ ਇੱਕ ਹੀ ਤਰ੍ਹਾਂ ਦੀ ਐਗਰੀਕਲਚਰਲ ਪਾਲਿਸੀ, ਇੱਕ ਹੀ ਤਰ੍ਹਾਂ ਦੀ ਫਾਈਨਾਂਸ ਸਿਸਟਮ ਆ ਜਿਹੜਾ ਉਹ ਚੱਲ ਜਾਏਗਾ। ਗੁਜਰਾਤ, ਆਂਧਰਾ ਪ੍ਰਦੇਸ਼, ਪੰਜਾਬ, ਤਾਮਿਲਨਾਡੂ, ਮਹਾਰਾਸ਼ਟਰ ਦੇ ਵਿੱਚ ਜਿਹੜੇ ਫਾਰਮਰਸ ਆ ਉਹ ਟੋਟਲ ਐਗਰੀਕਲਚਰਲ ਕ੍ਰੈਡਿਟ ਦਾ 52% ਲੈ ਜਾਂਦੇ ਆ। ਮਤਲਬ ਸਿਰਫ 5 ਸਟੇਟਸ ਟੋਟਲ ਐਗਰੀਕਲਚਰਲ ਕ੍ਰੈਡਿਟ ਦਾ ਮੋਰ ਦੈਨ 50% ਯੂਜ਼ ਕਰ ਲੈਂਦੀਆਂ, ਅਤੇ ਬਾਕੀ ਸਾਰੀਆਂ ਸਟੇਟਸ ਦੇ ਕੋਲ ਬਸ ਉਹ 50% ਬਚਦਾ। ਮਾਊਂਟਿੰਗ ਓਵਰਡਿਊਜ਼। ਐਗਰੀਕਲਚਰ ਸੈਕਟਰ ਦੇ ਵਿੱਚ ਮਾਊਂਟਿੰਗ ਓਵਰਡਿਊਜ਼ ਬਹੁਤ ਆ। ਦੀ ਐਫਰਟਸ ਟੂ ਵਾਈਪ ਆਊਟ ਲੋਨਸ ਇਨ ਸਮ ਪਾਰਟਸ ਆਫ ਦੀ ਕੰਟਰੀ ਕੈਨ ਬੀ ਸੀਰੀਅਸਲੀ ਵਿਊਡ। In fact, it has been an undesirable precedent that and will hamper the development of the agricultural sector in future. In spite of loan waived by the government, the situation has not improved. No provision of consumption loans. ਫਿਰ ਤੁਹਾਨੂੰ ਐਗਰੀਕਲਚਰਲ ਸੈਕਟਰ ਦੇ ਵਿੱਚ, ਐਗਰੀਕਲਚਰਲ ਲਾਈਟ ਐਕਟੀਵਿਟੀਜ਼ ਦੇ ਵਿੱਚ ਹੀ ਸਿਰਫ ਲੋਨ ਦੀ ਲੋੜ ਨਹੀਂ ਹੁੰਦੀ। ਫਾਰਮਰ ਦੀਆਂ ਕੋਈ ਫੈਮਿਲੀ ਰਿਕੁਆਇਰਮੈਂਟਸ ਵੀ ਹੋ ਸਕਦੀਆਂ, ਪਰ ਇਸ ਤਰ੍ਹਾਂ ਕੰਜ਼ੰਪਸ਼ਨ ਪਰਪਜ਼ ਦੇ ਲਈ ਜਾਂ ਫੈਮਿਲੀ ਰਿਕੁਆਇਰਮੈਂਟਸ ਦੇ ਲਈ ਕੋਈ ਵੀ ਜਿਹੜੇ ਲੋਨ ਆ, ਕੋਈ ਵੀ ਤਰ੍ਹਾਂ ਦਾ ਜਿਹੜਾ ਫਾਈਨਾਂਸ ਉਹ ਪ੍ਰੋਵਾਈਡ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਦਾ ਕੋਈ ਵੀ ਪ੍ਰੋਵੀਜ਼ਨ ਨਹੀਂ ਆ। ਲਫਸਾਈਡਡ ਫੰਡਿੰਗ ਹੈ ਜਿਹੜੀ ਕਿ ਦੇਅਰ ਇਜ਼ ਅ ਪ੍ਰੋਡਕਟਿਵਿਟੀ, ਲੋ ਪ੍ਰੋਡਕਟਿਵਿਟੀ ਇਨ ਐਗਰੀਕਲਚਰ, ਐਂਡ ਜਿਹੜਾ ਐਗਰੀਕਲਚਰ ਦਾ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਸ਼ੇਅਰ ਹੈ ਜਿਹੜਾ ਬਹੁਤ ਘੱਟ ਆ। ਇਹਦੇ ਕਰਕੇ ਜਿਹੜੀ ਲੇਟੈਸਟ ਟੈਕਨੋਲੋਜੀ ਉਹ ਨਹੀਂ ਆ ਪਾਉਂਦੀ। ਇਹਦੇ ਕਰਕੇ ਹੀ ਕਮਰਸ਼ੀਅਲ ਬੈਂਕਸ ਜਿਹੜੀਆਂ ਉਹ ਇੰਡਸਟਰੀ ਨੂੰ ਪ੍ਰੈਫਰ ਕਰਦੀਆਂ ਲੋਨ ਦੇਣ ਦੇ ਲਈ, ਫਾਈਨੈਂਸ਼ੀਅਲ ਫੈਸਿਲਿਟੀਜ਼ ਪ੍ਰੋਵਾਈਡ ਕਰਨ ਲਈ ਇਨ ਸਪਾਈਟ ਆਫ ਐਗਰੀਕਲਚਰ। ਲੈਕ ਆਫ ਸੇਵਿੰਗ। ਫਿਰ ਸੇਵਿੰਗ ਨਹੀਂ ਹੈ ਕੰਟਰੀ ਦੇ ਵਿੱਚ। ਸੇਵਿੰਗ ਨਾ ਹੋਣ ਕਰਕੇ
ਰੂਰਲ ਨੀਡਸ ਜਿਹੜੀਆਂ ਆ ਉਹ ਪੂਰੀਆਂ ਨਹੀਂ ਹੋ ਪਾਉਂਦੀਆਂ। ਉਸ ਤੋਂ ਬਾਅਦ ਰੂਰਲ ਸੇਵਿੰਗਸ ਨਹੀਂ ਆ, ਔਰ ਰੂਰਲ ਸੇਵਿੰਗਸ ਘੱਟ ਹੋਣ ਦੇ ਕਰਕੇ ਵੀ ਸਾਨੂੰ ਐਗਰੀਕਲਚਰ ਸੈਕਟਰ ਦੇ ਵਿੱਚ ਫਾਈਨੈਂਸ਼ੀਅਲ ਫੈਸਿਲਿਟੀਜ਼ ਜਿਹੜੀਆਂ ਘੱਟ ਪ੍ਰੋਵਾਈਡ ਕੀਤੀਆਂ ਜਾਂਦੀਆਂ। ਫਾਈਨੈਂਸ ਦੀ ਪ੍ਰੋਬਲਮ ਜਿਹੜੀ ਐਗਰੀਕਲਚਰ ਦੇ ਵਿੱਚ ਸਟਿਲ ਬਣੀ ਹੋਈ ਹੈ। ਔਰ ਸੌਰੀ ਮੈਂ ਨੈਕਸਟ ਸਲਾਈਡ ਕਰਨਾ ਭੁੱਲ ਗਈ। ਨੋ ਪ੍ਰੋਵੀਜ਼ਨ ਆਫ ਦੀ ਕੰਜੰਪਸ਼ਨ ਲੋਨਸ ਆਪਾਂ ਕਰ ਚੁੱਕੇ ਹਾਂ। ਕੰਜੰਪਸ਼ਨ ਪਰਪਸ ਲਈ ਕੋਈ ਲੋਨ ਨਹੀਂ ਦਿੱਤਾ ਜਾਂਦਾ। ਲੋਡ ਸਾਈਡਡ ਫੰਡਿੰਗ ਆ ਕਿ ਕਮਰਸ਼ੀਅਲ ਇੰਸਟੀਚਿਊਟਸ ਜਿਹੜੇ ਹੈਗੇ ਆ ਉਹ ਐਗਰੀਕਲਚਰ ਦੀ ਬਜਾਏ ਇੰਡਸਟਰੀ ਨੂੰ ਲੋਨ ਦੇਣਾ ਜ਼ਿਆਦਾ ਪਸੰਦ ਕਰਦੇ ਆ, ਅਤੇ ਲੇਕ ਆਫ ਸੇਵਿੰਗ ਐਗਰੀਕਲਚਰ ਸੈਕਟਰ ਦੇ ਵਿੱਚ ਹੈਗੀ ਆ। ਅਤੇ ਇਹਦੇ ਨਾਲ ਇਹ ਟੋਪਿਕ ਕੰਪਲੀਟ ਹੈ। ਕੱਲ੍ਹ ਆਪਾਂ ਨੈਕਸਟ ਕਰਾਂਗੇ। ਨੈਕਸਟ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।